ਦੇਬੂ ਇੱਕ ਦਿਨ ਕੰਮ ਤੋਂ ਵਾਪਸ ਆਉਂਦਾ ਸ਼ਰਾਬ ਦੇ ਠੇਕੇ ਅੱਗੇ ਰੁਕਿਆ ਤੇ ਕੁਝ ਚਿਰ ਸੋਚਣ ਤੋਂ ਬਾਅਦ ਬਿਨਾਂ ਸ਼ਰਾਬ ਲਏ ਠੇਕੇ ਤੋਂ ਅੱਗੇ ਨਿਕਲ ਗਿਆ। ਆਪਣੇ ਪਿੰਡ ਨੂੰ ਮੁੜਦੇ ਹੋਏ ਮੋੜ ਦੇ ਉੱਪਰ ਇੱਕ ਹਵੇਲੀ ਪਹੁੰਚ ਗਿਆ। ਸ਼ਾਮ ਨੂੰ ਹਰ ਰੋਜ਼ ਸ਼ਰਾਬ ਪੀਣ ਵਾਲਾ ਦੇਬੂ ਹੁਣ ਹਰ ਰੋਜ਼ ਮੱਝ ਦਾ ਲਿਆਂਦਾ ਚੁਆਵਾਂ ਦੁੱਧ ਪੀਣ ਲੱਗ ਪਿਆ ਸੀ ਤੇ ਚਿਹਰਾ ਵੀ ਖਿੜਿਆ ਖਿੜਿਆ ਰਹਿਣ ਲੱਗ ਪਿਆ ਸੀ ਤੇ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਵੀ ਥਕਾਵਟ ਉਸ ਤੋਂ ਕੋਹਾਂ ਦੂਰ ਰਹਿੰਦੀ ਸੀ। ਉਸਨੇ ਹੌਲੀ-ਹੌਲੀ ਰਾਸ਼ਨ ਦਾ ਉਧਾਰ ਵੀ ਚੁਕਾ ਦਿੱਤਾ ਸੀ ਤੇ ਹੁਣ ਉਹ ਆਪ ਵੀ ਖੁਸ਼ ਸੀ ਤੇ ਉਸ ਦਾ ਸਾਰਾ ਪਰਿਵਾਰ ਵੀ ਖੁਸ਼ ਨਜ਼ਰ ਆਉਂਦਾ ਸੀ ਤੇ ਹੁਣ ਉਹਨੂੰ ਪਿੰਡ ਦੇ ਲੋਕ ਜਿਹੜੇ ਦੇਬੂ ਕਹਿੰਦੇ ਸੀ ਹੁਣ ਉਹ ਬਲਦੇਵ ਰਾਜ ਕਹਿ ਕੇ ਬੁਲਾਉਣ ਲੱਗ ਪਏ ਸੀ। गुरु रविदास नानक कबीर सच दी मंजिल बल खिंच गए लकीर हो सतगुरु रविदास नानक कबीर सच दी मंजिल बल खिंच गए लकीर झंडे उन्हां राहां ते जाके कटांगे झंडे उन्हां राहां ते जाके कटांगे बेगमपुरा तां बई बेगमपुरा तां भी बसा के छड्डांगे बेगमपुरा तां भी बसा के छड्डांगे बेगमपुरा तां भी बसा के छड्डांगे। गुरु रविदास जी ने सानू स्वराज दा दिखाया सुपना नाले कहा सी गुलामी नहीं हो करनी ना किसे वैरी अगे झुकना। गुरु रविदास जी ने सानू स्वराज दा दिखाया सुपना नाले कहा
ਅਸੀਂ ਗੁਲਾਮੀ ਨਹੀਂ ਉਹ ਕਰਨੀ ਨਾ ਕਿਸੇ ਵੈਰੀ ਅੱਗੇ ਝੁਕਣਾ ਮਧੂਮੱਖੀਆਂ ਦੇ ਵਾਂਗ ਹੁਣ ਏਕਤਾ ਬਣਾ ਕੇ ਧੂਮਣੇ ਦੇ ਵਾਂਗੂ ਹੁਣ ਏਕਤਾ ਬਣਾ ਕੇ ਵੈਰੀ ਜ਼ਾਲਮਾਂ ਦੀ ਹਿੱਕ ਵਿੱਚ ਜਾ ਕੇ ਵੱਜਾਂਗੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਗੁਰੂ ਨਾਨਕ ਨੇ ਰੀਤ ਲੰਗਰ ਦੀ ਪਾਈ ਭੇਦ ਨੂੰ ਮਿਟਾਉਣ ਲਈ ਅਸੀਂ ਕੱਢਦੇ ਰਹੇ ਆ ਦਸਵੰਧ ਇਨ੍ਹਾਂ ਰੱਜਿਆਂ ਨੂੰ ਹੀ ਰਜਾਉਣ ਲਈ ਸਤਿਗੁਰੂ ਨਾਨਕ ਨੇ ਰੀਤ ਲੰਗਰ ਦੀ ਪਾਈ ਭੇਦ ਨੂੰ ਮਿਟਾਉਣ ਲਈ ਅਸੀਂ ਕੱਢਦੇ ਰਹੇ ਆ ਦਸਵੰਧ ਇਨ੍ਹਾਂ ਰੱਜਿਆਂ ਨੂੰ ਹੀ ਰਜਾਉਣ ਲਈ ਪੇਟੋਂ ਭੁੱਖਿਆਂ ਦਾ ਹੁਣ ਅਸੀਂ ਬਣਾਂਗੇ ਸਹਾਰਾ ਭੁੱਖਿਆਂ ਦਾ ਹੁਣ ਅਸੀਂ ਬਣਾਂਗੇ ਸਹਾਰਾ ਇਨ੍ਹਾਂ ਟੌਂਗੀਆਂ ਨੂੰ ਦੇਸ਼ ਚੋਂ ਭਜਾਉਣਾ ਪੱਬਾਂ ਤੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਗੁਰੂ ਜੀ ਕਬੀਰ ਊਚ ਨੀਚ ਦੇ ਵਿਰੋਧ ਚ ਖੜੇ ਸੀ ਡਟ ਕੇ ਗੰਢ ਖੋਲਦੀ ਪਖੰਡ ਅਤੇ ਝੂਠ ਦੀ ਤੇ ਕੌਮ ਕੀਤੀ ਨੇੜੇ ਸੱਚ ਦੇ ਸਤਿਗੁਰੂ ਜੀ ਕਬੀਰ ਊਚ ਨੀਚ ਦੇ ਵਿਰੋਧ ਚ ਖੜੇ ਸੀ ਡਟ ਕੇ ਗੰਢ ਖੋਲਦੀ ਪਖੰਡ ਅਤੇ ਝੂਠ ਦੀ ਤੇ ਕੌਮ ਕੀਤੀ ਨੇੜੇ ਸੱਚ ਦੇ ਵਹਿਮਾਂ ਵਿੱਚ ਪਾਉਣ ਵਾਲਿਆਂ ਨੂੰ ਸਬਕ ਸਿਖਾ ਕੇ ਵਹਿਮੀਆਂ ਨੂੰ ਹੁਣ ਅਸੀਂ ਸਬਕ ਸਿਖਾ ਕੇ ਜਾਤ ਪਾਤ ਵਾਲੀ ਵੇਲ ਨੂੰ ਜੜ੍ਹਾਂ ਤੋਂ ਵੱਢਾਂਗੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਰੈਂਚੋ ਇਟਲੀ ਵਾਲਾ ਵੀ ਗੁਰੂ ਰਹਿਬਰਾਂ ਦੀ ਸੋਚ ਅੱਗੇ ਲੈ ਕੇ ਜਾਊਗਾ ਨਾਲ ਖੜੂ ਨਵਨੀਤ ਗੁੱਡੀ ਹੱਕ ਸੱਚ ਵਾਲੀ ਅੰਬਰੀ ਚੜਾਊਗਾ ਰੈਂਚੋ ਇਟਲੀ ਵਾਲਾ ਵੀ ਗੁਰੂ ਰਹਿਬਰਾਂ ਦੀ ਸੋਚ ਅੱਗੇ ਲੈ ਕੇ ਜਾਊਗਾ ਨਾਲ ਖੜੂ ਨਵਨੀਤ ਗੁੱਡੀ ਹੱਕ ਸੱਚ ਵਾਲੀ ਅੰਬਰੀ ਚੜਾਊਗਾ ਬਾਬਾ ਸਾਹਿਬ ਕਾਂਚੀ ਰਾਮ ਜੀ ਨੇ ਰਸਤਾ ਦਿਖਾਇਆ ਬਾਬਾ ਸਾਹਿਬ ਜੀ ਨੇ ਸਾਨੂੰ ਰਸਤਾ ਦਿਖਾਇਆ ਉਨੀ ਰਾਹੀਂ ਜਾ ਕੇ ਸੰਸਦ ਦੇ ਵਿੱਚ ਗੱਜਾਂਗੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਮੇਰੇ ਗੁਆਂਢ ਵਿੱਚ ਇਕੱਲੀ ਰਹਿੰਦੀ ਆਪਣੀਆਂ ਹੀ ਸੋਚਾਂ ਵਿੱਚ ਡੁੱਬੀ ਰਹਿੰਦੀ ਹਮੇਸ਼ਾ ਹੀ ਉਦਾਸ ਰਹਿਣ ਵਾਲੀ ਬੀਬੀ ਦਿਆਲ ਕੌਰ। ਅੱਜ ਬਹੁਤ ਹੀ ਖੁਸ਼ ਨਜ਼ਰ ਆ ਰਹੀ ਸੀ। ਕੋਲ ਦੀ ਲੰਘਣ ਲੱਗਿਆਂ ਮੈਂ ਬੀਬੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਅੱਗੋਂ ਬੀਬੀ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੀ ਖੁਸ਼ੀ ਦਾ ਕਾਰਨ ਆਪ ਹੀ ਦੱਸਣ ਲੱਗ ਪਈ। ਬੇ ਗੁਰਬਖਸ਼ ਪੁੱਤ, ਬੜੇ ਚਾਵਾਂ ਲਾਡਾਂ ਨਾਲ ਪਾਲਿਆ ਸ਼ਹਿਰ ਵਿੱਚ ਰਹਿੰਦਾ ਮੇਰਾ ਪੁੱਤ ਜਗਜੀਤ ਸਿੰਘ ਅੱਜ ਸਵੇਰੇ ਮੈਨੂੰ ਮਿਲਣ ਆਇਆ ਸੀ। ਉਹਨੇ ਆਉਂਦੇ ਨੇ ਮੈਨੂੰ ਘੁੱਟ ਕੇ ਕੜਾਵੇ ਵਿੱਚ ਲਿਆ ਤੇ ਇਕੱਠਿਆਂ ਦੀ ਇੱਕ ਫੋਟੋ ਖਿੱਚੀ। ਬੀਬੀ ਨੂੰ ਮੈਂ ਸਹਿ ਸੁਭਾਅ ਪੁੱਛਿਆ, ਬੀਬੀ ਤੂੰ ਆਪਣੇ ਪੁੱਤਰ ਨਾਲ ਹੋਰ ਕਿਹੜੀਆਂ ਗੱਲਾਂ ਕੀਤੀਆਂ? ਮੇਰੇ ਲੇਖ ਇੰਨੇ ਚੰਗੇ ਕਿੱਥੇ ਮੈਂ ਆਪਣੇ ਪੁੱਤਰ ਨਾਲ ਕੋਈ ਦਿਲ ਦੀ ਗੱਲ ਕਰ ਸਕਾਂ ਤੇ ਉਹ ਮੇਰੇ ਕੋਲ ਬਹਿ ਕੇ ਸੁਣ ਸਕੇ।
ਫੋਟੋ ਖਿੱਚਦੇ ਸਾਰੀ ਕਹਿੰਦਾ, ਚੰਗਾ ਬੀਬੀ, ਹੁਣ ਮੈਂ ਚੱਲਦਾ, ਮੈਂ ਫੇਰ ਕਿਤੇ ਆਉਂਗਾ। ਬੇ ਪੁੱਤ ਪਾਣੀ ਤਾਂ ਪੀ ਲੈ। ਉਹ ਨਹੀਂ ਬੀਬੀ, ਮੈਂ ਨਹੀਂ ਹੁਣ ਪੀਣਾ, ਮੈਂ ਕਦੇ ਫੇਰ ਆਉਂਗਾ। ਚਲੋ ਠੀਕ ਆ, ਬੇ ਫਿਰ ਚੱਲਾਂ, ਪੁੱਤ, ਹੁਣ ਨਹੀਂ, ਪਾਣੀ ਦਾ ਮੈਂ ਘੁੱਟ ਬਾਅਦ ਚ ਤਾਂ ਪੀ ਆਉਂਗਾ। ਲਾ। ਚਲੋ ਠੀਕ ਆ, ਬਾਏ। ਬੇ ਪੁੱਤ ਪਾਣੀ ਤਾਂ ਪੀ ਜਾ। ਮੈਂ ਬੀਬੀ ਨੂੰ ਦਿਲਾਸਾ ਦਿੰਦਿਆਂ ਕਿਹਾ, ਬੀਬੀ ਤੂੰ ਆਪਣਾ ਦਿਲ ਨਾ ਥੋੜਾ ਕਰ, ਜਦੋਂ ਉਹਦਾ ਟਾਈਮ ਲੱਗੂ ਤੈਨੂੰ ਫੇਰ ਮਿਲਣ ਆਜੂ। ਬੀਬੀ ਕੁਝ ਸੋਚਦੀ ਹੋਈ ਮੈਨੂੰ ਕਹਿਣ ਲੱਗੀ, ਗੁਰਬਖਸ਼, ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਆ, ਪਿਛਲੇ ਬਰੇ ਵੀ ਇਹਨਾਂ ਕੁ ਦਿਨਾਂ ਨੂੰ ਜਗਜੀਤ ਮੇਰੇ ਕੋਲ ਆਇਆ ਸੀ। ਉਦੋਂ ਵੀ ਉਹਨੇ ਮੇਰੇ ਨਾਲ ਇੱਕ ਫੋਟੋ ਖਿੱਚੀ ਸੀ। ਅੱਜ ਵੀ ਬਸ ਫੋਟੋ ਖਿੱਚੀ ਤੇ ਚਲੇ ਗਿਆ। ਬੇ ਪੁੱਤ ਤੂੰ ਮੈਨੂੰ ਇਹ ਦੱਸ, ਮੇਰੇ ਜਗਜੀਤ ਨੇ ਮੇਰੇ ਨਾਲ ਫੋਟੋ ਕਿਉਂ ਖਿੱਚੀ? ਬੀਬੀ ਅੱਜ ਮਦਰ ਡੇ ਆ। ਬੇ ਉਹ ਕੀ ਹੁੰਦਾ? ਅੱਜ ਮਾਂ ਦਿਵਸ ਆ, ਭਾਵ ਅੱਜ ਦੇ ਦਿਨ ਲੋਕ ਆਪਣੀ ਮਾਂ ਨੂੰ ਯਾਦ ਕਰਦੇ ਆ। ਇਸ ਦਿਨ ਨੂੰ ਮਾਂ ਦੇ ਪਿਆਰ ਤੇ ਸਤਿਕਾਰ ਵਜੋਂ ਮਨਾਉਂਦੇ ਆ। ਇਹ ਦਿਨ ਸਾਲ 'ਚ ਇੱਕ ਵਾਰ ਆਉਂਦਾ ਆ। ਬੇ ਗੁਰਬਖਸ਼, ਬੇ ਆ ਜਿਹਨੇ ਦਿਨ ਮਨਾਉਣਾ ਸ਼ੁਰੂ ਕੀਤਾ ਨਾ, ਉਹਦੇ ਨਾਲ ਮੇਰੇ ਫੋਨ ਤੇ ਗੱਲ ਤਾਂ ਕਰਾ। ਉਹਨੂੰ ਕਹਾ ਕਿ ਇਹ ਦਿਨ ਸਾਲ ਬਾਅਦ ਨਹੀਂ, ਜੇ ਜ਼ਿਆਦਾ ਨਹੀਂ ਤੇ ਘੱਟੋ ਘੱਟ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ। ਸ਼ਾਇਦ ਇਸੇ ਬਹਾਨੇ ਮੇਰਾ ਪੁੱਤਰ ਮੈਨੂੰ ਮਿਲਣ ਆ ਜਾਇਆ ਕਰੇ। ਫੋਨ ਦੀ ਗੱਲ ਸੁਣ ਕੇ ਮੈਂ ਆਪਣਾ ਮੋਬਾਈਲ ਜੇਬ ਵਿੱਚੋਂ ਕੱਢ ਕੇ ਫੇਸਬੁੱਕ ਤੇ ਲਾਈਕ ਤੇ ਕਮੈਂਟ ਚੈੱਕ ਕਰਨ ਲੱਗ ਪਿਆ, ਕਿਉਂਕਿ ਅੱਜ ਮੈਂ ਵੀ ਆਪਣੀ ਮਾਂ ਨਾਲ ਫੋਟੋ ਖਿੱਚ ਕੇ ਅਪਲੋਡ ਕੀਤੀ ਸੀ। ਤੇ ਅਗਲੀ ਪੋਸਟ ਬੀਬੀ ਦਿਆਲ ਕੌਰ ਦੇ ਪੁੱਤਰ ਜਗਜੀਤ ਸਿੰਘ ਦੀ ਸੀ, ਜਿਹੜੀ ਅੱਜ ਹੀ ਸਵੇਰੇ ਮਾਂ ਦੇ ਨਾਲ ਫੋਟੋ ਖਿੱਚ ਕੇ ਫੇਸਬੁੱਕ ਤੇ ਅਪਲੋਡ ਕੀਤੀ ਸੀ। ਤੇ ਮਾਂ ਦੀ ਫੋਟੋ ਦੇ ਨਾਲ ਮਾਂ ਆਈ ਲਵ ਯੂ ਲਿਖਿਆ ਸੀ। ਇਸ ਪੋਸਟ ਤੇ ਲਗਾਤਾਰ ਲਾਈਕ ਤੇ ਕਮੈਂਟ ਆ ਰਹੇ ਸੀ। ਮੇਰੀਆਂ ਅੱਖਾਂ ਮੋਬਾਈਲ ਤੇ ਹੀ ਟਿਕ ਗਈਆਂ ਸੀ। ਇਸ ਸੋਸ਼ਲ ਮੀਡੀਆ ਉੱਤੇ ਫੋਕੀ ਟੌਰ ਬਣਾਉਣ ਵਾਲਿਆਂ ਤੋਂ ਅਣਜਾਣ ਇੱਕ ਮਾਂ ਮੇਰੇ ਵੱਲ ਹੰਝੂ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ। ਇੱਕ ਨਜ਼ਰ ਰੋਂਦੀ ਹੋਈ ਮਾਂ ਨੂੰ ਦੇਖ ਕੇ ਮੈਂ ਫੇਰ ਫੋਕੀ ਬੱਲੇ ਬੱਲੇ ਦੇ ਚੱਕਰਾਂ ਦੇ ਵਿੱਚ ਗਵਾਚ ਗਿਆ ਸੀ। ਮਾਂ ਨੂੰ ਦਿਖਾਵੇ ਦੀ ਨਹੀਂ, ਪਿਆਰ ਦੀ ਲੋੜ ਹੈ। ਮਾਂ ਨੂੰ ਦਿਖਾਵੇ ਦੀ ਨਹੀਂ, ਪਿਆਰ ਦੀ ਲੋੜ ਹੈ। ਆਗਿਆਕਾਰੀ ਧੀਆਂ ਅਤੇ ਪੁੱਤਰਾਂ ਨੂੰ ਤੇ ਰੱਬ ਵਰਗੀਆਂ ਮਾਵਾਂ ਨੂੰ ਆਰਕੇ ਸਟਾਰਸ ਟੀਮ ਵੱਲੋਂ ਮਾਂ ਦਿਵਸ ਦੀਆਂ ਮੁਬਾਰਕਾਂ। ਜਦੋਂ ਉੱਠ ਗਈ ਆਵਾਜ਼ ਇਸ ਜ਼ੁਲਮ ਖਿਲਾਫ, ਕਾਤੋਂ ਵੈਰੀਆਂ ਦਾ ਖੂਨ ਅੱਜ ਖੋਲਿਆ ਏ। ਚੁੱਲੀ ਜ਼ੁਲਮਾਂ ਦੀ ਨਹਿਰੀ ਵੇਖ ਆ ਗਈ ਦਲੇਰੀ। ਉਹ ਬੱਚਾ ਵੀ ਕੌਮ ਦਾ ਅੱਜ ਬੋਲਿਆ ਏ।
कीमती सौगातां जद होण मुटियारां आटे दियां ने परातां जो घर च विकावां दियां हुंदियां शिकार घर च विकावां दियां हुंदियां शिकार लोकी ऐसे डरों दिंदे तियां कुखां विच मार लोकी ऐसे डरों दिंदे तियां कुखां विच मार मापे तियां नू पढ़ाउण पंड करजे दी चक फिर पर देने पैंदे दाज दे टरक मापे तियां नू पढ़ाउण पंड करजे दी चक फिर पर देने पैंदे दाज दे टरक नित तियां दे दुखां ना परे आउणे अखबार तियां दे दुखां ना परे आउणे अखबार लोकी ऐसे डरों दिंदे तियां कुखां विच मार लोकी ऐसे डरों दिंदे तियां कुखां विच मार दीदी पैर पैर उत्ते हुंदी मक्की वाली राखी दीदी जबर जनाहां नाल जिंदगी सरापी दीदी पैर पैर उत्ते हुंदी मक्की वाली राखी दीदी जबर जनाहां नाल जिंदगी सरापी पैंदा मुहां ते तेजाब कोई सुने ना पुकार मुहां ते तेजाब कोई सुने ना पुकार लोकी ऐसे डरों दिंदे तियां कुखां विच मार लोकी ऐसे डरों दिंदे तियां कुखां विच मार दीदी गलती प्यो दी सरदारी दिंदी रोल वीरे हिक तण किसे अगे सकदे ना बो दीदी गलती प्यो दी सरदारी दिंदी रोल वीरे हिक तण किसे अगे सकदे ना बो मां रो हो जे अन्नी हो जे जीना दुश्वार रो हो जे अन्नी हो जे जीना दुश्वार लोकी ऐसे डरों दिंदे तियां कुखां विच मार लोकी ऐसे डरों दिंदे तियां कुखां विच मार कट्ठे होके जुल्मी हनेरियां नू ठल्लो बाकी कुड़ियो तुसी भी वसो बारियां ना चलो आओ कट्ठे होके जुल्मी हनेरियां नू ठल्लो बाकी कुड़ियो तुसी भी वसो बारियां ना चलो आखे जंटी बेताब फिर तियां नहीं पार जंटी बेताब फिर तियां नहीं पार फिर कौन दाऊ तियां दसो कुखां विच मार फिर कौन दाऊ तियां दसो कुखां विच मार फिर कौन
ਫੜਿਆ ਮਿਸ਼ਨ ਹੱਕ ਦਾ ਉਹ ਇਟਲੀ ਦੇ ਵਿੱਚ ਪੂਰਾ ਰੋਬ ਰੱਖਦਾ ਉਹ ਫ੍ਰੈਂਚ ਨੇ ਵੀ ਫੜਿਆ ਮਿਸ਼ਨ ਹੱਕ ਦਾ ਉਹ ਇਟਲੀ ਦੇ ਵਿੱਚ ਪੂਰਾ ਰੋਬ ਰੱਖਦਾ ਉਹ ਮਨੂਵਾਦੀਆਂ ਨੂੰ ਪਾਉਂਦਾ ਤਿੱਖੀ ਫਿਟਕਾਰ ਖਾੜ ਕੂਚ ਮਾਰੇ ਆਗੇ ਖਾੜ ਕੂਚ ਮਾਰ 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 बेगमपुरा शहर को नाव दुख अंदो नाही ते ठाओ मुसलमान सो दोस्ती हिंदुअन सो कर प्रीत रविदास जोत सब राम की सभी हमारे मीत। साथियों, मैं रजनीश कुमारी फ्रॉम इटली सभी भारतवासियों को मेरा जय गुरुदेव, धन गुरुदेव, जय भीम, जय भारत, नमो बुद्धाय, अस्सलाम वालेकुम, वाहिगुरु जी का खालसा, वाहिगुरु जी की फतेह। साथियों, जो मैंने 2 शब्द बोले ये हमारे शहंशाह सतगुरु रविदास महाराज जी के दिए हुए शब्द हैं जो पूरे समाज को साझीवालता का संदेश देते हैं। तो साथियों, आज उन्हीं महापुरुषों के ऐतिहासिक स्थान पर इस मनुवादी षड्यंत्रकारी सरकार ने एक बहुत बड़ा हमला किया है जिसको हम एक बहुत बड़ी दुर्घटना मानते हैं और इस दुर्घटना के दुख में पूरे संसार में इसका दुख मनाया जा रहा है और सभी धर्मों के, सभी जाति के लोग, सभी समुदायों के लोग हमारे साथ इस दुख की घड़ी में साथ खड़े हैं। उसके लिए मैं सभी अपने बहुजन समाज के साथियों का तहे दिल से धन्यवाद करती हूँ। साथियों, आप भारत में रहकर इतनी अत्याचारी सरकार के ख़िलाफ़ अपना ये संघर्ष कर रहे हैं और इस संघर्ष में हम भारत से बाहर रहते हुए भी आपके साथ हैं और हमारे साथियों ने 13 तारीख को यूएनओ में अपना मेमोरेंडम दिया है इस भारत सरकार के ख़िलाफ़ जो भी ये अत्याचार हमारे समाज पर कर रही है। और मेरी पूरे यूरोप के सभी देशों से, सभी भाइयों से ये अपील है कि आप लोग भी जाकर यूएनओ में अपना मेमोरेंडम ज़रूर दें और इस अत्याचारी सरकार का पर्दाफाश करें। और साथियों, मेरा पूरे यहाँ के लोगों से भी और मेरा पूरे भारतवासियों को निवेदन है कि आप तो दिल्ली जाकर एकजुट होकर इस मनुवादी सरकार को ज़रूर इसके नाक में दम कीजिए ताकि हमारा वो जो ऐतिहासिक स्थल है गुरु रविदास महाराज जी का, तो हम उसको छुड़वा सकें और इनका जो कब्ज़ा है उसको हम ख़त्म कर सकें वहाँ से। और साथियों, हम 2 तारीख का जो पहले हमारा आंदोलन हुआ था उसमें हमने अपने बहुत सारे साथी खो दिए थे। तो साथियों, मेरी अपील है कि आप लोग इस संघर्ष में शांतमयी तरीके से और कानून के दायरे में रहकर ही संघर्ष करें। कोशिश करें जितना भी शांतमयी तरीके से और कानून के दायरे में रहकर ही संघर्ष कर सके तो अच्छी बात है, क्योंकि हम नहीं चाहते कि हमारा कोई भाई बहन हमसे बिछड़ जाए। क्योंकि 2 तारीख के जो 2 अप्रैल के आंदोलन में हमारे भाई शहीद हुए थे, आज तक भी हम उनका दुख मना रहे हैं। तो साथियों, मेरी अपील है कि जरूर इकट्ठा हो, क्योंकि मेरा बहुजन समाज के सभी साथियों को, सभी बहुजन साथियों को मेरा ये निवेदन है कि आप सब एकजुट होकर वहाँ जाएं, क्योंकि गुरु रविदास महाराज सिर्फ एक समुदाय के, जहाँ एक जाति के, जहाँ एक धर्म के गुरु नहीं थे, वो तो पूरे बहुजन समाज के मार्गदर्शक थे। इसलिए मेरा सभी से निवेदन है कि आप सब वहाँ जाकर एकजुटता से इस अत्याचार का विरोध करें। और साथियों, मुझे खुशी भी हो रही है कि मैंने बहुत सारे सोशल मीडिया पे बहुत सारी वीडियोस देखी हैं जिसमें हमारे सिख भाई, हमारे मुस्लिम भाई, हमारे बाल्मीक भाई सभी हमारे साथ हैं। वो पहले भी साथ थे, वो तो ये षड्यंत्रकारी लोग, मनुवादी लोग जिन्होंने हमें जाति में, धर्म में बांट दिया। तो आज हमें पता चल चुका है कि ये लोग हमें बांटकर अपना जो मकसद है उसमें कामयाब होना चाहते हैं, क्योंकि ये भारत को एक धर्म के नाम पर दुनिया में खड़ा करना चाहते हैं। तो हम मूल निवासी हैं वहाँ के, तो हमें इस संघर्ष में सबको साथ देना चाहिए एक दूसरे से। तो साथियों,
अंत में मेरा यही निवेदन है कि आप सब लोग एकजुट होकर दिल्ली में सभी इस मनुवादी सरकार को मुंह तोड़ जवाब दो और अपना हक मांगो। और अपना हक मांगने में हमें कोई शर्म नहीं है, क्योंकि हमारे 650 साल पहले का ये धार्मिक स्थान है और इस पर हमारा हक है और हम ये अपना हक किसी को छीनने नहीं देंगे। और आप तक जरूर पहुँचे। जय गुरुदेव, धन गुरुदेव, जय भीम, जय भारत। ਦੇਬੂ ਇੱਕ ਦਿਨ ਕੰਮ ਤੋਂ ਵਾਪਸ ਆਉਂਦਾ ਸ਼ਰਾਬ ਦੇ ਠੇਕੇ ਅੱਗੇ ਰੁਕਿਆ ਤੇ ਕੁਝ ਚਿਰ ਸੋਚਣ ਤੋਂ ਬਾਅਦ ਬਿਨਾਂ ਸ਼ਰਾਬ ਲਏ ਠੇਕੇ ਤੋਂ ਅੱਗੇ ਨਿਕਲ ਗਿਆ। ਆਪਣੇ ਪਿੰਡ ਨੂੰ ਮੁੜਦੇ ਹੋਏ ਮੋੜ ਦੇ ਉੱਪਰ ਇੱਕ ਹਵੇਲੀ ਪਹੁੰਚ ਗਿਆ।
ਸ਼ਾਮ ਨੂੰ ਹਰ ਰੋਜ਼ ਸ਼ਰਾਬ ਪੀਣ ਵਾਲਾ ਦੇਬੂ ਹੁਣ ਹਰ ਰੋਜ਼ ਮੱਝ ਦਾ ਲਿਆਂਦਾ ਚੁਆਵਾਂ ਦੁੱਧ ਪੀਣ ਲੱਗ ਪਿਆ ਸੀ ਤੇ ਚਿਹਰਾ ਵੀ ਖਿੜਿਆ ਖਿੜਿਆ ਰਹਿਣ ਲੱਗ ਪਿਆ ਸੀ ਤੇ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਵੀ ਥਕਾਵਟ ਉਸ ਤੋਂ ਕੋਹਾਂ ਦੂਰ ਰਹਿੰਦੀ ਸੀ। ਉਸਨੇ ਹੌਲੀ-ਹੌਲੀ ਰਾਸ਼ਨ ਦਾ ਉਧਾਰ ਵੀ ਚੁਕਾ ਦਿੱਤਾ ਸੀ ਤੇ ਹੁਣ ਉਹ ਆਪ ਵੀ ਖੁਸ਼ ਸੀ ਤੇ ਉਸ ਦਾ ਸਾਰਾ ਪਰਿਵਾਰ ਵੀ ਖੁਸ਼ ਨਜ਼ਰ ਆਉਂਦਾ ਸੀ ਤੇ ਹੁਣ ਉਹਨੂੰ ਪਿੰਡ ਦੇ ਲੋਕ ਜਿਹੜੇ ਦੇਬੂ ਕਹਿੰਦੇ ਸੀ ਹੁਣ ਉਹ ਬਲਦੇਵ ਰਾਜ ਕਹਿ ਕੇ ਬੁਲਾਉਣ ਲੱਗ ਪਏ ਸੀ। ਹੋ ਸਤਿਗੁਰੂ ਰਵਿਦਾਸ ਨਾਨਕ ਕਬੀਰ ਸੱਚ ਦੀ ਮੰਜ਼ਲ ਵੱਲ ਖਿੱਚ ਗਏ ਲਕੀਰ ਹੋ ਸਤਿਗੁਰੂ ਰਵਿਦਾਸ ਨਾਨਕ ਕਬੀਰ ਸੱਚ ਦੀ ਮੰਜ਼ਲ ਵੱਲ ਖਿੱਚ ਗਏ ਲਕੀਰ ਝੰਡੇ ਉਹਨਾਂ ਰਾਹਾਂ ਉੱਤੇ ਜਾ ਕੇ ਕੱਢਾਂਗੇ ਝੰਡੇ ਉਹਨਾਂ ਰਾਹਾਂ ਉੱਤੇ ਜਾ ਕੇ ਕੱਢਾਂਗੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਗੁਰੂ ਰਵਿਦਾਸ ਜੀ ਨੇ ਸਾਨੂੰ ਸਵਰਾਜ ਦਾ ਦਿਖਾਇਆ ਸੁਪਨਾ ਨਾਲੇ ਕਿਹਾ ਸੀ ਗੁਲਾਮੀ ਨਹੀਂ ਉਹ ਕਰਨੀ ਨਾ ਕਿਸੇ ਵੈਰੀ ਅੱਗੇ ਝੁਕਣਾ ਗੁਰੂ ਰਵਿਦਾਸ ਜੀ ਨੇ ਸਾਨੂੰ ਸਵਰਾਜ ਦਾ ਦਿਖਾਇਆ ਸੁਪਨਾ ਨਾਲੇ ਕਿਹਾ ਸੀ ਗੁਲਾਮੀ ਨਹੀਂ ਉਹ ਕਰਨੀ ਨਾ ਕਿਸੇ ਵੈਰੀ ਅੱਗੇ ਝੁਕਣਾ ਮਧੂ ਮੱਖੀਆਂ ਦੇ ਵਾਂਗ ਹੁਣ ਏਕਤਾ ਬਣਾ ਕੇ ਧੂਮਣੇ ਦੇ ਵਾਂਗ ਹੁਣ ਏਕਤਾ ਬਣਾ ਕੇ ਵੈਰੀ ਜ਼ਾਲਮਾਂ ਦੀ ਹਿੱਕ ਵਿੱਚ ਜਾ ਕੇ ਵੱਜਾਂਗੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਸਤਿਗੁਰੂ ਨਾਨਕ ਨੇ ਰੀਤ ਲੰਗਰ ਦੀ ਪਾਈ ਭੇਦ ਨੂੰ ਮਿਟਾਉਣ ਲਈ ਅਸੀਂ ਕੱਢਦੇ ਰਹੇ ਆ ਦਸਵੰਧ ਇਨ੍ਹਾਂ ਰੱਜਿਆਂ ਨੂੰ ਹੀ ਰਜਾਉਣ ਲਈ ਸਤਿਗੁਰੂ ਨਾਨਕ ਨੇ ਰੀਤ ਲੰਗਰ ਦੀ ਪਾਈ ਭੇਦ ਨੂੰ ਮਿਟਾਉਣ ਲਈ ਅਸੀਂ ਕੱਢਦੇ ਰਹੇ ਆ ਦਸਵੰਧ ਇਨ੍ਹਾਂ ਰੱਜਿਆਂ ਨੂੰ ਹੀ ਰਜਾਉਣ ਲਈ ਪੇਟੋਂ ਭੁੱਖਿਆਂ ਦਾ ਹੁਣ ਅਸੀਂ ਬਣਾਂਗੇ ਸਹਾਰਾ ਭੁੱਖਿਆਂ ਦਾ ਹੁਣ ਅਸੀਂ ਬਣਾਂਗੇ ਸਹਾਰਾ ਇਨ੍ਹਾਂ ਟੌਂਗੀਆਂ ਨੂੰ ਦੇਸ਼ ਚੋਂ ਭਜਾਉਣਾ ਪੱਬਾਂ ਤੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਸਤਿਗੁਰੂ ਜੀ ਕਬੀਰ ਊਚ ਨੀਚ ਦੇ ਵਿਰੋਧ ਚ ਖੜੇ ਸੀ ਡਟ ਕੇ ਗੰਢ ਖੋਲਦੀ ਪਖੰਡ ਅਤੇ ਝੂਠ ਦੀ ਤੇ ਕੌਮ ਕੀਤੀ ਨੇੜੇ ਸੱਚ ਦੇ ਸਤਿਗੁਰੂ ਜੀ ਕਬੀਰ ਊਚ ਨੀਚ ਦੇ ਵਿਰੋਧ ਚ ਖੜੇ ਸੀ ਡਟ ਕੇ ਗੰਢ ਖੋਲਦੀ ਪਖੰਡ ਅਤੇ ਝੂਠ ਦੀ ਤੇ ਕੌਮ ਕੀਤੀ ਨੇੜੇ ਸੱਚ ਦੇ ਵਹਿਮਾਂ ਵਿੱਚ ਪਾਉਣ ਵਾਲਿਆਂ ਨੂੰ ਸਬਕ ਸਿਖਾ ਕੇ ਵਹਿਮੀਆਂ ਨੂੰ ਹੁਣ ਅਸੀਂ ਸਬਕ ਸਿਖਾ ਕੇ ਜਾਤ ਪਾਤ ਵਾਲੀ ਵੇਲ ਨੂੰ ਜੜ੍ਹਾਂ ਤੋਂ ਵੱਢਾਂਗੇ ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਰੈਂਚੋ ਇਟਲੀ
ਵੀ ਗੁਰੂ ਰਹਿਬਰਾਂ ਦੀ ਸੋਚ ਅੱਗੇ ਲੈ ਕੇ ਜਾਊਗਾ। ਨਾਲ ਖੜੂ ਨਵਨੀਤ ਗੁੱਡੀ ਹੱਕ ਸੱਚ ਵਾਲੀ ਅੰਬਰੀ ਚੜਾਊਗਾ। ਰੈਂਚੋ ਇਟਲੀ ਵਾਲਾ ਵੀ ਗੁਰੂ ਰਹਿਬਰਾਂ ਦੀ ਸੋਚ ਅੱਗੇ ਲੈ ਕੇ ਜਾਊਗਾ। ਨਾਲ ਖੜੂ ਨਵਨੀਤ ਗੁੱਡੀ ਹੱਕ ਸੱਚ ਵਾਲੀ ਅੰਬਰੀ ਚੜਾਊਗਾ। ਬਾਬਾ ਸਾਹਿਬ ਕਾਂਚੀ ਰਾਮ ਜੀ ਨੇ ਰਸਤਾ ਦਿਖਾਇਆ, ਬਾਬਾ ਸਾਹਿਬ ਜੀ ਨੇ ਸਾਨੂੰ ਰਸਤਾ ਦਿਖਾਇਆ। ਉਨੀ ਰਾਹੀਂ ਜਾ ਕੇ ਸੰਸਦ ਦੇ ਵਿੱਚ ਗੱਜਾਂਗੇ। ਬੇਗਮਪੁਰਾ ਤਾਂ ਬਈ ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਬੇਗਮਪੁਰਾ ਤਾਂ ਵੀ ਵਸਾ ਕੇ ਛੱਡਾਂਗੇ। ਮੇਰੇ ਗੁਆਂਢ ਵਿੱਚ ਇਕੱਲੀ ਰਹਿੰਦੀ, ਆਪਣੀਆਂ ਹੀ ਸੋਚਾਂ ਵਿੱਚ ਡੁੱਬੀ ਰਹਿੰਦੀ, ਹਮੇਸ਼ਾ ਹੀ ਉਦਾਸ ਰਹਿਣ ਵਾਲੀ ਬੀਬੀ ਦਿਆਲ ਕੌਰ। ਅੱਜ ਬਹੁਤ ਹੀ ਖੁਸ਼ ਨਜ਼ਰ ਆ ਰਹੀ ਸੀ। ਕੋਲ ਦੀ ਲੰਘਣ ਲੱਗਿਆਂ ਮੈਂ ਬੀਬੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਅੱਗੋਂ ਬੀਬੀ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੀ ਖੁਸ਼ੀ ਦਾ ਕਾਰਨ ਆਪ ਹੀ ਦੱਸਣ ਲੱਗ ਪਈ। ਬੇ ਗੁਰਬਖਸ਼ ਪੁੱਤ, ਬੜੇ ਚਾਵਾਂ ਲਾਡਾਂ ਨਾਲ ਪਾਲਿਆ ਸ਼ਹਿਰ ਵਿੱਚ ਰਹਿੰਦਾ ਮੇਰਾ ਪੁੱਤ ਜਗਜੀਤ ਸਿੰਘ ਅੱਜ ਸਵੇਰੇ ਮੈਨੂੰ ਮਿਲਣ ਆਇਆ ਸੀ। ਉਹਨੇ ਆਉਂਦੇ ਨੇ ਮੈਨੂੰ ਘੁੱਟ ਕੇ ਕੜਾਵੇ ਵਿੱਚ ਲਿਆ ਤੇ ਇਕੱਠਿਆਂ ਦੀ ਇੱਕ ਫੋਟੋ ਖਿੱਚੀ। ਬੀਬੀ ਨੂੰ ਮੈਂ ਸਹਿ ਸੁਭਾਅ ਪੁੱਛਿਆ, ਬੀਬੀ ਤੂੰ ਆਪਣੇ ਪੁੱਤਰ ਨਾਲ ਹੋਰ ਕਿਹੜੀਆਂ ਗੱਲਾਂ ਕੀਤੀਆਂ? ਮੇਰੇ ਲੇਖ ਇੰਨੇ ਚੰਗੇ ਕਿੱਥੇ ਮੈਂ ਆਪਣੇ ਪੁੱਤਰ ਨਾਲ ਕੋਈ ਦਿਲ ਦੀ ਗੱਲ ਕਰ ਸਕਾਂ ਤੇ ਉਹ ਮੇਰੇ ਕੋਲ ਬਹਿ ਕੇ ਸੁਣ ਸਕੇ। ਫੋਟੋ ਖਿੱਚਦੇ ਸਾਰੀ ਕਹਿੰਦਾ, ਚੰਗਾ ਬੀਬੀ ਹੁਣ ਮੈਂ ਚੱਲਦਾ, ਮੈਂ ਫੇਰ ਕਿਤੇ ਆਉਂਗਾ। ਬੇ ਪੁੱਤ ਪਾਣੀ ਤਾਂ ਪੀ ਲੈ। ਉਹ ਨਹੀਂ ਬੀਬੀ, ਮੈਂ ਨਹੀਂ ਹੁਣ ਪੀਣਾ, ਮੈਂ ਕਦੇ ਫੇਰ ਆਉਂਗਾ। ਚਲੋ ਠੀਕ ਆ, ਬੇ ਫਿਰ ਪੁੱਤ, ਚੱਲਾਂ ਹੁਣ ਪਾਣੀ ਨਹੀਂ, ਦਾ ਮੈਂ ਘੁੱਟ ਬਾਅਦ ਤਾਂ ਚ ਪੀ ਆਉਂਗਾ। ਲੈ। ਚਲੋ ਠੀਕ ਆ, ਬਾਏ। ਬੇ ਪੁੱਤ ਪਾਣੀ ਤਾਂ ਪੀ ਜਾ। ਮੈਂ ਬੀਬੀ ਨੂੰ ਦਿਲਾਸਾ ਦਿੰਦਿਆਂ ਕਿਹਾ, ਬੀਬੀ ਤੂੰ ਆਪਣਾ ਦਿਲ ਨਾ ਥੋੜਾ ਕਰ, ਜਦੋਂ ਉਹਦਾ ਟਾਈਮ ਲੱਗੂ ਤੈਨੂੰ ਫੇਰ ਮਿਲਣ ਆਜੂ। ਬੀਬੀ ਕੁਝ ਸੋਚਦੀ ਹੋਈ ਮੈਨੂੰ ਕਹਿਣ ਲੱਗੀ, ਗੁਰਬਖਸ਼ ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਆ, ਪਿਛਲੇ ਬਰੇ ਵੀ ਇਹਨਾਂ ਕੁ ਦਿਨਾਂ ਨੂੰ ਜਗਜੀਤ ਮੇਰੇ ਕੋਲ ਆਇਆ ਸੀ। ਉਦੋਂ ਵੀ ਉਹਨੇ ਮੇਰੇ ਨਾਲ ਇੱਕ ਫੋਟੋ ਖਿੱਚੀ ਸੀ। ਅੱਜ ਵੀ ਬਸ ਫੋਟੋ ਖਿੱਚੀ ਤੇ ਚਲੇ ਗਿਆ। ਬੇ ਪੁੱਤ ਤੂੰ ਮੈਨੂੰ ਇਹ ਦੱਸ, ਮੇਰੇ ਜਗਜੀਤ ਨੇ ਮੇਰੇ ਨਾਲ ਫੋਟੋ ਕਿਉਂ ਖਿੱਚੀ? ਬੀਬੀ ਅੱਜ ਮਦਰ ਡੇ ਆ। ਬੇ ਉਹ ਕੀ ਹੁੰਦਾ? ਅੱਜ ਮਾਂ ਦਿਵਸ ਆ, ਭਾਵ ਅੱਜ ਦੇ ਦਿਨ ਲੋਕ ਆਪਣੀ ਮਾਂ ਨੂੰ ਯਾਦ ਕਰਦੇ ਆ। ਇਸ ਦਿਨ ਨੂੰ ਮਾਂ ਦੇ ਪਿਆਰ ਤੇ ਸਤਿਕਾਰ ਵਜੋਂ ਮਨਾਉਂਦੇ ਆ। ਇਹ ਦਿਨ ਸਾਲ 'ਚ ਇੱਕ ਵਾਰ ਆਉਂਦਾ ਆ। ਬੇ ਗੁਰਬਖਸ਼, ਬੇ ਆ ਜਿਹਨੇ ਦਿਨ ਮਨਾਉਣਾ ਸ਼ੁਰੂ ਕੀਤਾ ਨਾ, ਉਹਦੇ ਨਾਲ ਮੇਰੇ ਫੋਨ ਤੇ ਗੱਲ ਤਾਂ ਕਰਾ। ਉਹਨੂੰ ਕਹਾ ਕਿ ਇਹ ਦਿਨ ਸਾਲ ਬਾਅਦ ਨਹੀਂ, ਜੇ ਜ਼ਿਆਦਾ ਨਹੀਂ ਤੇ ਘੱਟੋ ਘੱਟ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ। ਸ਼ਾਇਦ ਇਸੇ ਬਹਾਨੇ ਮੇਰਾ ਪੁੱਤਰ ਮੈਨੂੰ ਮਿਲਣ ਆ ਜਾਇਆ ਕਰੇ। ਫੋਨ ਦੀ ਗੱਲ ਸੁਣ ਕੇ ਮੈਂ ਆਪਣਾ ਮੋਬਾਈਲ ਜੇਬ ਵਿੱਚੋਂ ਕੱਢ ਕੇ ਫੇਸਬੁੱਕ ਤੇ ਲਾਈਕ ਤੇ ਕਮੈਂਟ ਚੈੱਕ ਕਰਨ ਲੱਗ ਪਿਆ, ਕਿਉਂਕਿ ਅੱਜ ਮੈਂ ਵੀ ਆਪਣੀ ਮਾਂ ਨਾਲ ਫੋਟੋ ਖਿੱਚ ਕੇ ਅਪਲੋਡ ਕੀਤੀ ਸੀ ਤੇ ਅਗਲੀ ਪੋਸਟ ਬੀਬੀ ਦਿਆਲ ਕੌਰ ਦੇ ਪੁੱਤਰ ਜਗਜੀਤ ਸਿੰਘ ਦੀ ਸੀ, ਜਿਹੜੀ ਅੱਜ ਹੀ ਸਵੇਰੇ ਮਾਂ ਦੇ ਨਾਲ ਫੋਟੋ ਖਿੱਚ ਕੇ ਫੇਸਬੁੱਕ ਤੇ ਅਪਲੋਡ ਕੀਤੀ ਸੀ ਤੇ ਮਾਂ ਦੀ ਫੋਟੋ ਦੇ ਨਾਲ ਮਾਂ ਆਈ ਲਵ ਯੂ ਲਿਖਿਆ ਸੀ। ਇਸ ਪੋਸਟ ਤੇ ਲਗਾਤਾਰ ਲਾਈਕ ਤੇ ਕਮੈਂਟ ਆ ਰਹੇ ਸੀ। ਮੇਰੀਆਂ ਅੱਖਾਂ ਮੋਬਾਈਲ ਤੇ ਹੀ ਟਿਕ ਗਈਆਂ ਸੀ। ਇਸ ਸੋਸ਼ਲ ਮੀਡੀਆ ਉੱਤੇ ਫੋਕੀ ਟੌਰ ਬਣਾਉਣ ਵਾਲਿਆਂ ਤੋਂ ਅਣਜਾਣ ਇੱਕ ਮਾਂ ਮੇਰੇ ਵੱਲ ਹੰਝੂ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ। ਇੱਕ ਨਜ਼ਰ ਰੋਂਦੀ ਹੋਈ ਮਾਂ ਨੂੰ ਦੇਖ ਕੇ ਮੈਂ ਫੇਰ ਫੋਕੀ ਬੱਲੇ ਬੱਲੇ ਦੇ ਚੱਕਰਾਂ ਦੇ ਵਿੱਚ ਗਵਾਚ ਗਿਆ ਸੀ। ਮਾਂ ਨੂੰ ਦਿਖਾਵੇ ਦੀ ਨਹੀਂ,
ਪਿਆਰ ਦੀ ਲੋੜ ਹੈ। ਮਾਂ ਨੂੰ ਦਿਖਾਵੇ ਦੀ ਨਹੀਂ, ਪਿਆਰ ਦੀ ਲੋੜ ਹੈ। ਆਗਿਆਕਾਰੀ ਧੀਆਂ ਅਤੇ ਪੁੱਤਰਾਂ ਨੂੰ ਤੇ ਰੱਬ ਵਰਗੀਆਂ ਮਾਵਾਂ ਨੂੰ ਆਰਕੇ ਸਟਾਰਸ ਟੀਮ ਵੱਲੋਂ ਮਾਂ ਦਿਵਸ ਦੀਆਂ ਮੁਬਾਰਕਾਂ। ਮਨੂਵਾਦੀਆਂ ਦੇ ਕੀਤੇ ਨਾ ਜ਼ੁਲਮਾਂ ਦਾ ਉਹ ਮੁੱਦਾ ਕਿਸੇ ਸਰਕਾਰ ਨੇ ਨਾ ਗੋਲਿਆ ਜਦੋਂ ਉੱਠ ਗਈ ਆਵਾਜ਼ ਇਸ ਜ਼ੁਲਮ ਖਿਲਾਫ ਕਾਤੋਂ ਵੈਰੀਆਂ ਦਾ ਖੂਨ ਅੱਜ ਖੋਲਿਆ ਚੁੱਲੀ ਜ਼ੁਲਮਾਂ ਦੀ ਬੱਚਾ ਬੱਚਾ ਵੀ ਕੌਮ ਦਾ ਅੱਜ ਬੋਲਿਆ ਏ ਉਹ ਬੱਚਾ ਬੱਚਾ ਵੀ ਕੌਮ ਦਾ ਬੋਲਿਆ ਫਿਰਦੇ ਜੋ ਸੰਵਿਧਾਨ ਵਿੱਚੋਂ ਸਾਡੇ ਹੱਕ ਕੱਟਣ ਨੂੰ ਉਹ ਫਿਰਦੇ ਜੋ ਸੰਵਿਧਾਨ ਵਿੱਚੋਂ ਸਾਡੇ ਹੱਕ ਕੱਟਣ
ਤਾਂ ਧੀਆਂ ਕੀਮਤੀ ਸੌਗਾਤਾਂ ਜਦ ਹੋਣ ਮੁਟਿਆਰਾਂ ਆਟੇ ਦੀਆਂ ਨੇ ਪਰਾਤਾਂ ਜੋ ਘਰ 'ਚ ਵਿਕਾਵਾਂ ਦੀਆਂ ਹੁੰਦੀਆਂ ਸ਼ਿਕਾਰ ਘਰ 'ਚ ਵਿਕਾਵਾਂ ਦੀਆਂ ਹੁੰਦੀਆਂ ਸ਼ਿਕਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਮਾਪੇ ਧੀਆਂ ਨੂੰ ਪੜਾਉਣ ਪੰਡ ਕਰਜ਼ੇ ਦੀ ਚੱਕ ਫਿਰ ਪਰ ਦੇਣੇ ਪੈਂਦੇ ਦਾਜ ਦੇ ਟਰੱਕ ਮਾਪੇ ਧੀਆਂ ਨੂੰ ਪੜਾਉਣ ਪੰਡ ਕਰਜ਼ੇ ਦੀ ਚੱਕ ਫਿਰ ਪਰ ਦੇਣੇ ਪੈਂਦੇ ਦਾਜ ਦੇ ਟਰੱਕ ਨਿੱਤ ਧੀਆਂ ਦੇ ਦੁੱਖਾਂ ਨਾ ਭਰੇ ਆਉਣੇ ਅਖਬਾਰ ਧੀਆਂ ਦੇ ਦੁੱਖਾਂ ਨਾ ਭਰੇ ਆਉਣੇ ਅਖਬਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਦੀਦੀ ਪੈਰ ਉੱਤੇ ਹੁੰਦੀ ਮੱਕੀ ਵਾਲੀ ਰਾਖੀ ਦੀਦੀ ਜਬਰ ਜਨਾਹਾਂ ਨਾਲ ਜ਼ਿੰਦਗੀ ਸਰਾਪੀ ਦੀਦੀ ਪੈਰ ਉੱਤੇ ਹੁੰਦੀ ਮੱਕੀ ਵਾਲੀ ਰਾਖੀ ਦੀਦੀ ਜਬਰ ਜਨਾਹਾਂ ਨਾਲ ਜ਼ਿੰਦਗੀ ਸਰਾਪੀ ਪੈਂਦਾ ਮੂੰਹਾਂ ਤੇ ਤੇਜ਼ਾਬ ਕੋਈ ਸੁਣੇ ਨਾ ਪੁਕਾਰ ਮੂੰਹਾਂ ਤੇ ਤੇਜ਼ਾਬ ਕੋਈ ਸੁਣੇ ਨਾ ਪੁਕਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਦੀ ਗਲਤੀ ਪਿਓ ਦੀ ਸਰਦਾਰੀ ਦਿੰਦੀ ਰੋਲ ਵੀਰੇ ਇੱਕ ਤਣ ਕਿਸੇ ਅੱਗੇ ਸਕਦੇ ਨਾ ਬੋ ਦੀ ਗਲਤੀ ਪਿਓ ਦੀ ਸਰਦਾਰੀ ਦਿੰਦੀ ਰੋਲ ਵੀਰੇ ਇੱਕ ਤਣ ਕਿਸੇ ਅੱਗੇ ਸਕਦੇ ਨਾ ਬੋ ਮਾਂ ਰੋ ਹੋ ਜੇ ਅੰਨੀ ਹੋ ਜੇ ਜੀਣਾ ਦੁਸ਼ਵਾਰ ਰੋ ਹੋ ਜੇ ਅੰਨੀ ਹੋ ਜੇ ਜੀਣਾ ਦੁਸ਼ਵਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਲੋਕੀ ਐਸੇ ਡਰੋਂ ਦਿੰਦੇ ਧੀਆਂ ਕੁੱਖਾਂ ਵਿੱਚ ਮਾਰ ਇਕੱਠੇ ਹੋ ਕੇ ਜ਼ੁਲਮੀ ਹਨੇਰੀਆਂ ਨੂੰ ਠੱਲੋ ਬਾਕੀ ਕੁੜੀਓ ਤੁਸੀਂ ਵੀ ਵਸੋ ਬਾਰੀਆਂ ਨਾ ਚੱਲੋ ਆਓ ਇਕੱਠੇ ਹੋ ਕੇ ਜ਼ੁਲਮੀ ਹਨੇਰੀਆਂ ਨੂੰ ਠੱਲੋ ਬਾਕੀ ਕੁੜੀਓ ਤੁਸੀਂ ਵੀ ਵਸੋ ਬਾਰੀਆਂ ਨਾ ਚੱਲੋ ਆਖੇ ਜੰਟੀ ਬੇਤਾਬ ਫਿਰ ਧੀਆਂ ਨਹੀਂ ਪਾਰ ਜੰਟੀ ਬੇਤਾਬ ਫਿਰ ਧੀਆਂ ਨਹੀਂ ਪਾਰ ਫਿਰ ਕੌਣ ਦਊ ਧੀਆਂ ਦੱਸੋ ਕੁੱਖਾਂ ਵਿੱਚ ਮਾਰ ਫਿਰ ਕੌਣ ਦਊ ਧੀਆਂ ਦੱਸੋ ਕੁੱਖਾਂ ਵਿੱਚ ਮਾਰ ਫਿਰ ਕੌਣ ਦਊ ਧੀਆਂ ਹੋ ਲੋਕੋ ਕੁੱਖਾਂ ਵਿੱਚ ਮਾਰ
भी फड़िया मिशन हक दा ओ इटली दे विच पूरा रोब रखदा ओ रेंचो ने भी फड़िया मिशन हक दा ओ इटली दे विच पूरा रोब रखदा ओ मनुवादियां नूं बोंदा तिखी फिटकार खाड़ कूच मारे आगे खाड़ कूच मार 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 बेगमपुरा शहर को नाव दुख अंदो नाही ते ठाओ मुसलमान सो दोस्ती हिंदुअन सो कर प्रीत रविदास जोत सब राम की सभी हमारे मीत। साथियों, मैं रजनीश कुमारी फ्रॉम इटली सभी भारतवासियों को मेरा जय गुरुदेव, धन गुरुदेव, जय भीम, जय भारत, नमो बुद्धाय, अस्सलाम वालेकुम, वाहिगुरु जी का खालसा, वाहिगुरु जी की फतेह। साथियों, जो मैंने 2 शब्द बोले ये हमारे शहंशाह सतगुरु रविदास महाराज जी के दिए हुए शब्द हैं जो पूरे समाज को साझीवालता का संदेश देते हैं। तो साथियों, आज उन्हीं महापुरुषों के ऐतिहासिक स्थान पर इस मनुवादी षड्यंत्रकारी सरकार ने एक बहुत बड़ा हमला किया है जिसको हम एक बहुत बड़ी दुर्घटना मानते हैं और इस दुर्घटना के दुख में पूरे संसार में इसका दुख मनाया जा रहा है और सभी धर्मों के, सभी जाति के लोग, सभी समुदायों के लोग हमारे साथ इस दुख की घड़ी में साथ खड़े हैं। उसके लिए मैं सभी अपने बहुजन समाज के साथियों का तहे दिल से धन्यवाद करती हूँ। साथियों, आप भारत में रहकर इतनी अत्याचारी सरकार के खिलाफ अपना ये संघर्ष कर रहे हैं और इस संघर्ष में हम भारत से बाहर रहते हुए भी आपके साथ हैं और हमारे साथियों ने 13 तारीख को यूएनओ में अपना मेमोरेंडम दिया है इस भारत सरकार के खिलाफ जो भी ये अत्याचार हमारे समाज पर कर रही है। और मेरी पूरे यूरोप के सभी देशों से, सभी भाइयों से ये अपील है कि आप लोग भी जाकर यूएनओ में अपना मेमोरेंडम ज़रूर दें और इस अत्याचारी सरकार का पर्दाफाश करें। और साथियों, मेरा पूरे यहाँ के लोगों से भी और मेरा पूरे भारतवासियों को निवेदन है कि आप तो दिल्ली जाकर एकजुट होकर इस मनुवादी सरकार को ज़रूर इसके नाक में दम कीजिए ताकि हमारा वो जो ऐतिहासिक स्थल है गुरु रविदास महाराज जी का, तो हम उसको छुड़वा सकें और इनका जो कब्ज़ा है उसको हम ख़त्म कर सकें वहाँ से। और साथियों, हम 2 तारीख का जो पहले हमारा आंदोलन हुआ था उसमें हमने अपने बहुत सारे साथी खो दिए थे। तो साथियों, मेरी अपील है कि आप लोग इस संघर्ष में शांतमयी तरीके से और कानून के दायरे में रहकर ही संघर्ष करें, कोशिश करें जितना भी शांतमयी तरीके से और कानून के दायरे में रहकर ही संघर्ष कर सके तो अच्छी बात है, क्योंकि हम नहीं चाहते कि हमारा कोई भाई बहन हमसे बिछड़ जाए। क्योंकि 2 तारीख के जो 2 अप्रैल के आंदोलन में हमारे भाई शहीद हुए थे, आज तक भी हम उनका दुख मना रहे हैं। तो साथियों, मेरी अपील है कि जरूर इकट्ठा हो, क्योंकि मेरा बहुजन समाज के सभी साथियों को, सभी बहुजन साथियों को मेरा ये निवेदन है कि आप सब एकजुट होकर वहाँ जाएं, क्योंकि गुरु रविदास महाराज सिर्फ एक समुदाय के, जहाँ एक जाति के, जहाँ एक धर्म के गुरु नहीं थे, वो तो पूरे बहुजन समाज के मार्गदर्शक थे। इसलिए मेरा सभी से निवेदन है कि आप सब वहाँ जाकर एकजुटता से इस अत्याचार का विरोध करें। और साथियों, मुझे खुशी भी हो रही है कि मैंने बहुत सारे सोशल मीडिया पे बहुत सारी वीडियोस देखी हैं जिसमें हमारे सिख भाई, हमारे मुस्लिम भाई, हमारे बाल्मीक भाई सभी हमारे साथ हैं। वो पहले भी साथ थे, वो तो ये षड्यंत्रकारी लोग, मनुवादी लोग जिन्होंने हमें जाति में, धर्म में बांट दिया। तो आज हमें पता चल चुका है कि ये लोग हमें बांटकर अपना जो मकसद है उसमें कामयाब होना चाहते हैं, क्योंकि ये भारत को एक धर्म के नाम पर दुनिया में खड़ा करना चाहते हैं। तो हम मूल निवासी हैं वहाँ के, तो हमें इस संघर्ष में सबको साथ देना चाहिए एक दूसरे से। तो साथियों,
अंत में मेरा यही निवेदन है कि आप सब लोग एकजुट होकर दिल्ली में सभी इस मनुवादी सरकार को मुंह तोड़ जवाब दो और अपना हक मांगो। और अपना हक मांगने में हमें कोई शर्म नहीं है, क्योंकि हमारे 650 साल पहले का ये धार्मिक स्थान है और इस पर हमारा हक है और हम ये अपना हक किसी को छीनने नहीं देंगे। और आप तक ज़रूर पहुँचे। जय गुरुदेव, धन गुरुदेव, जय भीम, जय भारत।